ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਬੜੇ ਦੇਰੀ ਬਾਅਦ ਵਿਚਾਰੀ ਮੁਸ਼ੱਕਤ ਘਾਲ ਕੇ ਉੱਥੇ ਪਹੁੰਚਦੀ। ਇੱਕ ਪਾਸੇ ਭਾਈ ਸਾਹਿਬ ਕਹਿੰਦੇ ਪੰਛੀ ਉੱਡ ਜਾਏ ਬੈਸੇ ਨਿਕਟਾਹੀ ਫਲ ਕੈ। ਇੱਕ ਪਾਸੇ ਪੰਛੀ ਏ ਪੁਰਿੰਦਾ, ਉਹਦੀ ਵੀ ਨਜ਼ਰ ਉਹ ਬ੍ਰਿਸ਼ ਦੇ ਪੱਕੇ ਹੋਏ ਫਲਾਂ ਤੇ ਗਈ। ਹੁਣ ਕੀੜੀ ਖਾਣਾ ਚਾਹੁੰਦੀ ਏ, ਕੀੜੀ ਪਹੁੰਚਣਾ ਚਾਹੁੰਦੀ ਏ, ਕੀੜੀ ਰਸ ਮਾਨਣਾ ਚਾਹੁੰਦੀ ਏ, ਉਹ ਤੁਰਦੀ ਬਹੁਤ ਹੌਲੀ ਏ, ਕਦਮ ਬਹੁਤ ਛੋਟੇ ਨੇ, ਸਮਾਂ ਬਹੁਤ ਜ਼ਿਆਦਾ ਲੱਗੇਗਾ। ਹੁਣ ਕੀੜੀ ਤੁਰ ਤੁਰ ਕੇ ਗੱਲ ਆਖੇ ਕੋਈ ਫਲ ਨਹੀਂ ਹੈਗਾ, ਮੈਂ ਬਹੁਤ ਚੱਲੀ ਆ, ਮੈਂ ਬਹੁਤ ਚੱਲੀ ਆ, ਮੈਂ ਤਾਂ ਹੰਬ ਗਈ ਆ ਚੱਲ ਚੱਲ ਕੇ, ਕੋਈ ਫਲ ਨਹੀਂ ਹੈਗਾ। ਨਹੀਂ, ਤੇਰੇ ਕਦਮ ਛੋਟੇ ਨੇ, ਤੇਰੇ ਤੋਂ ਸਫ਼ਰ ਘੱਟ ਨਿਬੜਦਾ ਹੈ ਫਲ ਤੱਕ ਪਹੁੰਚਣ ਵਾਸਤੇ। ਪੰਛੀ ਆ ਉਸਨੇ ਵੀ ਉਸੇ ਫਲ ਤੱਕ ਪਹੁੰਚਣਾ ਹੈ। ਬ੍ਰਿਸ਼ ਤੇ ਉਡਾਰੀ ਮਾਰੀ, ਉਹ ਬਹੁਤ ਘੱਟ ਸਮੇਂ 'ਚ ਫਲ ਦੇ ਕੋਲ ਜਾ ਕੇ ਬੈਠ ਗਿਆ, ਖਾਂਦਾ ਹੈ, ਰਸ ਮਾਣਦਾ ਹੈ। ਐਸੇ ਹੀ ਸੰਸਾਰ ਦੇ ਜੀਵ ਨੇ। ਭਾਈ ਸਾਹਿਬ ਕਹਿੰਦੇ ਕੁਝ ਚੱਲਦੇ ਨੇ ਪਰਮਾਤਮਾ ਵੱਲ ਨੂੰ, ਉਹਨਾਂ ਦਾ ਚੱਲਣਾ ਕੀੜੀ ਵਾਲੀ ਚਾਲ ਏ, ਕੀੜੀ ਵਾਲੀ ਚਾਲ ਏ। ਐਸਤਾ ਤੁਰਦੇ ਆ, ਥੋੜਾ ਥੋੜਾ ਤੁਰਦੇ ਆ, ਤੁਰੀ ਜਾ ਰਹੇ। ਤੇ ਕਈ ਵਾਰ ਸੰਸਾਰੀ ਇਹ ਵੀ ਕਹਿ ਦਿੰਦਾ ਵੀ ਮੈਂ ਬਹੁਤ ਚੱਲਿਆ, ਬਹੁਤ ਲੰਮੇ ਸਮੇਂ ਤੋਂ ਚੱਲਿਆ, ਮੈਨੂੰ ਕੁਝ ਨਹੀਂ ਮਿਲਿਆ, ਮੈਂ ਨਹੀਂ ਪਹੁੰਚਿਆ, ਮੈਨੂੰ ਰੱਬ ਨਹੀਂ ਦਿਖਾਈ ਦਿੱਤਾ। ਕੁਝ ਉਹ ਨੇ ਜਿਹੜੇ ਪੰਛੀ ਦੀ ਨੁਮਾ ਉਡਾਰੀ ਮਾਰਦੇ ਅੰਦਰ ਦੀ, ਤੇ ਉਹ ਪਰਮਾਤਮਾ ਦੇ ਦੀਦਾਰ ਰੂਪੀ ਫਲ ਨੂੰ ਕੋਲ ਬੈਠ ਕੇ ਛਕਦੇ ਆ, ਗੋਦ ਵਿੱਚ ਛਕਦੇ ਨੇ। ਮਹਾਰਾਜ ਕਬੀਰ ਸਾਹਿਬ ਦੀ ਤਰ੍ਹਾਂ ਆਭੇਦ ਹੋ ਜਾਂਦੇ ਨੇ। ਭਾਈ ਸਾਹਿਬ ਕਹਿੰਦੇ ਚੱਲਣਾ ਦੋਨਾਂ ਦਾ ਹੀ ਹੈ, ਇੱਕ ਨੂੰ ਸਫ਼ਰ ਜ਼ਿਆਦਾ ਪਿਆ ਹੈ, ਉਹਦਾ ਚੱਲਣਾ, ਉਹਦੀਆਂ ਕਦਮਾਂ ਬੜੀਆਂ ਘੱਟ ਨੇ। ਰਸਤਾ ਜ਼ਿਆਦਾ ਬਣ ਗਿਆ, ਰਸਤਾ ਓਨਾ ਹੀ ਹੈ, ਉਹਨੇ ਉਡਾਰੀ ਮਾਰੀ, ਉਹ ਛੇਤੀ ਪਹੁੰਚ ਗਿਆ ਹੈ। ਇਹੀ ਕੁਝ ਗੁਰਸਿੱਖ ਪਿਆਰੇ ਅਭਿਆਸੀ ਬੜੀ ਤੇਜ਼ੀ ਦੀ ਉਡਾਰੀ ਮਾਰਦੇ ਉਹ ਪਰਮਾਤਮਾ ਤੱਕ ਪਹੁੰਚ ਜਾਂਦੇ ਨੇ। ਕੁਝ ਉਹ ਨੇ ਜਿਹੜੇ ਚੱਲ ਚੱਲ ਕੇ ਹਾਰ ਜਾਂਦੇ ਆ, ਹੰਬ ਜਾਂਦੇ ਆ, ਔਰ ਨਾਮ ਪਰਮਾਤਮਾ ਵਿੱਚ ਅਭੇਦਤਾ ਜਪਦਿਆਂ ਹੋਇਆਂ ਪਹੁੰਚਣਾ ਮੁਸ਼ਕਲ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਜੈਸੇ ਗਾਡੀ ਚੱਲੀ ਜਾਤ ਲਕੀਰਨ ਮੈਂ ਧੀਰਜ ਸੈ। ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਰੇਤਲੀਆਂ ਜਗਾਵਾਂ ਹੋਣੀਆਂ, ਤੇ ਉਹਦੇ ਵਿੱਚ ਲੀਹਾਂ ਪਈਆਂ ਹੋਣੀਆਂ। ਲੀਹ ਕਹਿ ਲਓ, ਲਕੀਰ ਕਹਿ ਲਓ, ਜਿੱਥੋਂ ਨਾਂਗਾ ਬਣਿਆ ਹੁੰਦਾ ਹੈ ਸਾਧਨਾਂ ਦਾ। ਗੱਡੇ ਆਦਿ ਬਣੇ ਹੁਣ ਚੱਲਦੇ ਸਨ ਪਹਿਲਾਂ, ਤੇ ਉਹਨਾਂ ਦਾ ਨਾਂਗਾ ਬਣਿਆ ਹੋਣਾ। ਜੇ ਤਾਂ ਉਹ ਗੱਡੀ ਦੇ ਟਾਇਰ ਜਿਹੜੇ ਉਹਨਾਂ ਲੀਹਾਂ ਦੇ ਵਿੱਚ ਜਾਣ, ਬੈਲੈਂਸ ਬਣਾ ਕੇ, ਤੇ ਬਲਦ ਸੌਖੇ ਰਹਿੰਦੇ ਸਨ, ਤੇ ਗੱਡੀ ਸੌਖੀ ਤੁਰੀ ਜਾਂਦੀ ਸੀ। ਜਦੋਂ ਕਿਤੇ ਲੀਹ ਪਾੜ ਜਾਣੀ ਨਾ ਬਲਦਾਂ ਨੇ, ਫਿਰ ਜ਼ੋਰ ਲੱਗਣਾ, ਨਵੇਂ ਥਾਂ ਤੇ ਲੀਹ ਬਣਨੀ ਰੇਤਾ ਦੇ ਵਿੱਚ ਔਖੀ ਹੋ ਜਾਣੀ। ਭਾਈ ਗੁਰਦਾਸ ਸਾਹਿਬ ਕਹਿੰਦੇ ਗੱਡੀ ਲੀਹਾਂ ਦੇ ਵਿੱਚ ਚੱਲੇ, ਜਿਹੜਾ ਰਸਤਾ ਬਣਿਆ ਹੈ, ਤੇ ਗੱਡੀ ਸੌਖੀ ਜਾਂਦੀ ਹੈ, ਤੇ ਜੇ ਲੀਹਾਂ ਤੋਂ ਬਾਹਰ ਹੋ ਜਾਵੇ ਬੜਾ ਔਖਾ ਹੈ। ਤੇ ਜਿਹੜੀਆਂ ਲੀਹਾਂ, ਜਿਹੜਾ ਮਾਰਗ ਮਾਲਕ ਵੈਗਰੂ ਨੇ ਸਾਡੇ ਵੱਡ ਪੁਰਖਿਆਂ ਨੇ ਬਣਾ ਕੇ ਦਿੱਤਾ ਹੈ ਨਾ, ਅਸੀਂ ਉਸ ਮਾਰਗ ਤੇ ਮਾਲਕ ਵੱਲ ਨੂੰ ਚੱਲੀਏ, ਬੜੇ ਸੌਖੇ ਮੰਜ਼ਲ ਤੇ ਪਹੁੰਚ ਜਾਈਦਾ ਹੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਉਵੇਂ ਤੁਰ, ਉਸ ਮਾਰਗ ਤੇ ਤੁਰ ਜਿਹੜੇ ਤੇ ਤੇਰਾ ਗੁਰੂ ਤੁਰਿਆ। ਮਾਰਗ ਬਣਾ ਕੇ ਦਿੱਤਾ, ਰਸਤਾ ਬਣਾ ਕੇ ਦਿੱਤਾ। ਜਦੋਂ ਲੀਹ ਪਾੜ ਜਾਂਦੇ ਨਾ ਕਿ ਐਉਂ ਨਹੀਂ ਮੈਂ ਐਂ ਕਰਦਾ, ਉਦੋਂ ਫਿਰ ਹਾਰ ਜਾਈਦਾ, ਹੰਬ ਜਾਈਦਾ, ਔਰ ਚੱਲਿਆ ਨਹੀਂ ਜਾਂਦਾ। ਭਾਈ ਸਾਹਿਬ ਕਹਿੰਦੇ ਹੋ ਜਿਵੇਂ ਗੱਡੀ ਲੀਹਾਂ ਵਿੱਚ ਚੱਲੇ ਤੇ ਸੌਖੀ,
ਮੰਜ਼ਲ ਤੇ ਪਹੁੰਚ ਜਾਂਦੀ ਹੈ। ਤੂੰ ਵੀ ਗੁਰੂ ਕੇ ਪਾਏ ਹੋਏ ਨਕਸ਼ੇ ਹੋਏ ਕਦਮਾਂ ਤੇ ਚੱਲੇ ਤੇ ਬੜਾ ਸੌਖਾ ਪਹੁੰਚ ਜਾਵੇਂਗਾ। ਭਾਈ ਸਾਹਿਬ ਕਹਿੰਦੇ ਘੋਰੋ ਦੌਰ ਜਾਏ ਬੈ ਦਾਹੇ ਨੇ ਸਬਲ ਕਹਿ। ਕਹਿੰਦੇ ਦੂਜਾ ਪਹੁੰਚਣ ਦਾ ਸਾਧਨ ਘੋੜਾ। ਘੋੜਾ ਹੁਣ ਬਲਦਾਂ ਵਾਲੀ ਗੱਡੀ ਆ ਇੱਕ, ਤੇ ਉਹ ਵੀ ਲੀਹ ਪਾੜ ਗਈ ਤੇ ਬੜੇ ਹੌਲੀ, ਜ਼ੋਰ ਵੱਧ ਲੱਗਦਾ, ਮਸ਼ੱਕਤ ਵੱਧ। ਤੇ ਇੱਕ ਆਦਮੀ ਘੋੜੇ ਤੇ ਸਵਾਰ, ਤੇ ਘੋੜਾ ਕਦੇ ਸੱਜਿਓਂ ਨਿਕਲ ਜਾਂਦਾ ਕਦੇ ਖੱਬਿਓਂ ਨਿਕਲ ਜਾਂਦਾ। ਉਹ ਬੜੀ ਤੇਜ਼ੀ ਨਾਲ ਚੱਲਦਾ ਹੈ ਤੇ ਛੇਤੀ ਪਹੁੰਚ ਜਾਂਦਾ। ਇੱਕ ਕੋਲੇ ਘੋੜੇ ਵਾਲਾ ਮਾਰਗ, ਸੱਜਿਓਂ ਖੱਬੇ ਤੇ ਖੱਬਿਓਂ ਸੱਜੇ ਹੋ ਕੇ ਉਹ ਆਪਣਾ ਰਸਤਾ ਬਣਾ ਕੇ ਪਹੁੰਚ ਜਾਂਦੇ। ਤੇ ਕੁਝ ਉਹ ਨੇ ਗੱਡੀ ਦੀ ਤੋਰ ਚੱਲਣ ਵਾਲੇ ਮਾਲਕ ਦੇ ਮਾਰਗ ਤੇ ਉਹਨਾਂ ਨੇ ਵੀ ਲੀਹ ਪੜੀ ਹੋਈ ਆ ਤੇ ਬੜੇ ਔਖੇ ਹੁੰਦੇ ਨੇ ਚੱਲਦੇ ਹੋਏ। ਭਾਈ ਸਾਹਿਬ ਕਹਿੰਦੇ ਐਸਾ ਸੰਸਾਰ ਦੇ ਵਿੱਚ ਇਹ ਜਿਹੜਾ ਰਸਤਾ ਮਾਲਕ ਵੱਲ ਨੂੰ ਚੱਲਣ ਦਾ ਤੇ ਚੱਲਣਹਾਰਿਆਂ ਨੇ ਬਣਾਇਆ ਹੋਇਆ ਅਪਣਾਉਂਦੇ ਨੇ। ਇਸ ਤਰ੍ਹਾਂ ਭਾਈ ਸਾਹਿਬ ਤੀਜਾ ਪ੍ਰਮਾਣ ਦਿੰਦੇ ਜੈਸੇ ਕੋਸ ਭਾਰ ਚੱਲ ਸਕੀਏ ਨਾ ਪਾਇਨ ਕੈ। ਭਾਈ ਗੁਰਦਾਸ ਕਹਿੰਦੇ ਕਦਮਾਂ ਦੇ ਨਾਲ ਪੈਰਾਂ ਦੇ ਨਾਲ ਕੋਹ ਭਰ, ਕੋਹ ਦੀ ਦੂਰੀ ਤੇ ਜਾਣਾ ਵੀ ਬੜਾ ਔਖਾ ਹੋ ਜਾਂਦਾ ਹੈ। ਕਦਮਾਂ ਦੇ ਨਾਲ ਛੇਤੀ ਉਹ ਵੀ ਪੰਧ ਨਿਬੜਦਾ ਨਹੀਂ, ਸਮਾਂ ਬਹੁਤ ਖਰਚ ਹੁੰਦਾ ਹੈ। ਤੇ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਆਤਮਾ ਚਤਰ ਕੁੰਟ ਢਾਈ ਆਵੇ ਪਲ ਕੈ। ਭਾਈ ਸਾਹਿਬ ਕਹਿੰਦੇ ਆਤਮਾ ਜਿਹੜਾ ਹੈ, ਮਨ ਜਿਹੜਾ ਹੈ ਨਾ, ਔਰ ਉਹ ਇੰਨੇ ਥੋੜੇ ਸਮੇਂ ਦੇ ਵਿੱਚ 4 ਕੁੰਟਾਂ ਵਿੱਚ ਚੱਕਰ ਲਾ ਆਉਂਦਾ ਹੈ। ਅੱਖ ਝਮਕਣ ਜਿੰਨੇ ਸਮੇਂ ਵਿੱਚ ਉਹ 4 ਕੁੰਟਾਂ ਵਿੱਚ ਦੌੜ ਆਉਂਦਾ ਹੈ। ਤੇ ਜਿਹੜਾ ਕਦਮਾਂ ਨਾਲ ਚੱਲ ਰਿਹਾ, ਪੈਰਾਂ ਨਾਲ ਚੱਲ ਰਿਹਾ ਹੈ, ਉਹ ਕਹੇ ਨਹੀਂ ਮੈਨੂੰ ਤਾਂ ਇੰਨਾ ਚਿਰ ਹੋ ਗਿਆ ਲੱਗੇ ਨੂੰ ਔਰ ਮੈਂ ਨਹੀਂ ਪਹੁੰਚਿਆ, ਤੇ ਇਹ ਕਿੱਥੋਂ ਪਹੁੰਚ ਗਿਆ ਹੋਵੇਗਾ, ਕਿੱਥੋਂ ਚੱਕਰ ਲਾ ਆਇਆ। ਕੁਝ ਦੀ ਵਿਚਾਰਧਾਰਾ ਐਸੀ ਹੁੰਦੀ ਵੀ ਮੈਂ ਇੰਨੇ ਚਿਰ ਦਾ ਕੰਮ ਕਰਦਾ ਤੇ ਇਹਨੇ ਕਿਵੇਂ ਥੋੜੇ ਸਮੇਂ 'ਚ ਕਰ ਲਿਆ। ਨਹੀਂ ਕਰ ਸਕਦਾ, ਇਹਦਾ ਗਲਤ ਤਰੀਕਾ ਜੀ ਆਇਆ। ਨਹੀਂ, ਇੱਕ ਘੋੜੇ ਦੀ ਚਾਲ, ਇੱਕ ਗੱਡੀ ਦੀ ਚਾਲ ਆ, ਇੱਕ ਕੀੜੀ ਦੀ ਚਾਲ ਆ, ਇੱਕ ਪੰਛੀ ਦੀ ਚਾਲ ਆ, ਇੱਕ ਕਹਿੰਦੇ ਕਦਮਾਂ ਨਾਲ ਚੱਲਣਾ, ਇੱਕ ਮਨ ਦੇ ਖਿਆਲਾਂ ਨਾਲ ਉੱਥੇ ਪਹੁੰਚਣਾ, ਮਨ ਦੇ ਫੁਰਨੇ ਨਾਲ ਪਹੁੰਚਣਾ। ਕਹਿੰਦੇ ਵੱਖ ਵੱਖ ਚਾਲ ਆਏ, ਕਿਹਾ ਨਹੀਂ ਜਾ ਸਕਦਾ ਕਿ ਉਹ ਕਿਵੇਂ ਮੇਰੇ ਨੂੰ ਮਗਰੋਂ ਚੱਲਿਆ ਜੀ, ਤੁਰਿਆ ਜੀ, ਉਹ ਕਿਵੇਂ ਪਹੁੰਚ ਗਿਆ। ਕਹਿੰਦੇ ਨਹੀਂ, ਇਹ ਆਪਣੀ ਆਪਣੀ ਅੰਦਰ ਦੀ ਉਡਾਰੀ ਆ। ਕੋਈ ਪਹਿਲਾਂ ਪਹੁੰਚ ਜਾਂਦਾ ਹੈ, ਕੋਈ ਪਹਿਲਾਂ ਚੱਲਿਆ ਹੋਇਆ ਮਗਰੋਂ ਵੀ ਨਹੀਂ ਪਹੁੰਚਦਾ, ਕੋਈ ਮਗਰੋਂ ਚੱਲਿਆ ਹੋਇਆ ਪਹਿਲਾਂ ਪਹੁੰਚ ਜਾਂਦਾ ਹੈ। ਇਹ ਆਪਣਾ ਆਪਣਾ ਅਭਿਆਸ ਹੈ, ਆਪਣਾ ਆਪਣਾ ਮਾਲਕ ਨੂੰ ਮਿਲਣ ਦਾ, ਹਿਰਦੇ ਦਾ, ਭਾਵਨਾ ਦਾ ਭਾਂਡਾ ਆ। ਭਾਈ ਸਾਹਿਬ ਚੌਥੇ ਪ੍ਰਮਾਣ ਦੁਆਰਾ ਕਹਿੰਦੇ ਨੇ, ਕਹਿੰਦੇ ਤੈਸੇ ਲੋਕ ਵੇਦ ਭੇਦ ਗਿਆਨ ਉਨ ਮਨ ਮਛ। ਕਹਿਣ ਲੱਗੇ ਇਸੇ ਤਰ੍ਹਾਂ ਲੋਕਾਈ ਦਾ ਗਿਆਨ ਔਰ ਵੇਦਾਂ ਦਾ ਭੇਦ, ਉਹਨਾਂ ਦਾ ਅੱਖਰੀ ਗਿਆਨ ਜਾਣਨਾ। ਤੇ ਗਿਆਨ ਜਾਣਨ ਵਾਲਾ ਇਹ ਕਹੇ ਬਈ ਮੈਨੂੰ ਬੜਾ ਗ੍ਰੰਥਾਂ ਦਾ ਭੇਦ ਏ, ਮੈਂ ਬੜੀਆਂ ਸੁਰਤੀਆਂ ਜਾਣਦਾ, ਬੜੀਆਂ ਉਗਤੀਆਂ ਜੁਗਤੀਆਂ ਮੈਨੂੰ ਆਉਂਦੀਆਂ ਨੇ, ਪੁਰਾਣੇ ਰਿਸ਼ੀਆਂ ਨੇ, ਪੁਰਾਣੇ ਸਾਧੂਆਂ ਨੇ, ਪੁਰਾਣੇ ਭਗਤਾਂ ਨੇ, ਪੁਰਾਣੇ ਆਰਾਧਕਾਂ ਨੇ ਬਹੁਤ ਕੁਝ ਲਿਖਿਆ, ਮੈਨੂੰ ਬੜਾ ਉਹਦਾ ਇਲਮ ਹੈ। ਭਾਈ ਸਾਹਿਬ ਕਹਿੰਦੇ ਹੁਣ ਚੱਲਦਾ ਉਹ ਉਹਦੇ ਮੁਤਲਕ। ਇੱਕ ਉਹ ਆ ਜਿਹੜਾ ਬੈਠਾ ਹੋਇਆ ਸ਼ਬਦ ਸੁਰਤ ਦਾ ਮਿਲਾਪੀ ਆ, ਉਹ ਛਿਣ ਦੇ ਵਿੱਚ ਉਨਮਨ, ਉਹ ਜਿਹੜਾ ਹੈ ਮਨ ਦੇ ਅੰਦਰ ਸੁਰਤੀ ਜਦੋਂ ਜੋੜਦਾ ਹੈ, ਉਹ ਇਹਨਾਂ ਦਲੀਲਾਂ ਅਪੀਲਾਂ ਤੋਂ ਸਾਰਿਆਂ ਤੋਂ ਪਹਿਲਾਂ ਅੱਗੇ ਲੰਘ ਜਾਂਦਾ ਹੈ। ਉਹ ਕੇਵਲ ਮੋਕਸ਼ ਨੂੰ ਪ੍ਰਾਪਤ ਕਰ ਲੈਂਦਾ ਹੈ, ਉਹ ਪਰਮਾਤਮਾ ਦੇ ਦਰ ਤੇ ਪਹੁੰਚ ਜਾਂਦਾ, ਉਹ ਮੰਜ਼ਲ ਤੇ ਪਹੁੰਚ ਜਾਂਦਾ ਹੈ। ਇੱਕ ਅਜੇ ਨਾ ਉਗਤੀਆਂ ਜੁਗਤੀਆਂ 'ਚ ਫਸਿਆ ਹੋਇਆ ਰਹਿ ਜਾਂਦਾ ਆ। ਜੋ ਪ੍ਰਾਨੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉਹ ਪਰਮਾਤਮਾ ਨੂੰ ਪਾ ਲੈਂਦਾ ਹੈ ਸਿੱਧੇ ਸਾਧੇ ਰੂਪ ਦੇ ਅੰਦਰ ਚੱਲ ਕੇ।
भाई गुरदास साहब कहते हो ऐसा। और गम गुर चरण सरन अस्थल कै, कहते हो गम गमता करदा, पहुंचना करदा, चलना करदा है। वो मंजिल मकसूद जिथे मन बांसत पद मिलना आ, और जिथे जाके स्थिरता मिलनी है, टकाऊ मिलना आ, उधर नू गम गुर और उस गुरु वाल नू गम गमन करदा, चलना करदा है। ते उत्थे की करदा, चरण सरन गुरु दे शब्द स्वरूप चरना दा सरन आसरा लैंदा। उहदा आसरा लैके फिर जाके परमात्मा नाल जुड़दा है। फिर वो रस नू प्राप्ति रूप अभेदता रूप फल नू छकदा है। ते महाराज बाणी अंदर कहंदे आ, भगत जी कहंदे आ, फल कारण फूली बन राए। जिन्ना संसार दी बनस्पति है सारी फल वास्ते प्रफुल्लत हुंदी, वधदी फुलदी आ। ते कहंदे जदों इनू फल लगदा है, फल लागा तब फूल बिलाए। जदों फल लग जावे ना ते फुल खत्म हो जांदे। फुल इस दे लई ने और फल नू उत्पन्न करन लई। ते जदों फल लग जांदा, जिवें जिवें फल वधदा है ते फुल झड़ जांदे ने। ये नहीं कि फुल टिके रहन, फल लग गया है ते फुल भी टिके रहन, फिर तां फल विच रस भरदा है, वो समय समय अनुसार भरी जाता है। कहंदे इसे तरह ज्ञानै कारण कर्म अभ्यास। कर्मां दा अभ्यास ज्ञान वास्ते करना है। जिवें फुल इसलिए ने सारी बनस्पति प्रफुल्लत हुई, फुल इसलिए लगे कि इनू फल पैदा होवे। जदों फल लग गया तो फूल बलाए। फुल जिहड़े झड़ जाते, चले जाते, नष्ट हो जाते। भगत जी कहंदे आ ज्ञान वास्ते कर्म ने। अमृत वेले उठ, इशनान कर, नितनेम कर, चौंकड़ा मार के बैठ, मान मर्यादा विच चल, गुरु घर चल, गुरु की संगत विच चल, कथा कीर्तन कर, कथा कीर्तन सुन। जदों अंदर ब्रह्म नू प्रगट करन लिए सारे ये कर्म ने, ये बाहरी कर्म ने, सारे दे सारे ब्रह्म नू प्रगट करन वास्ते आ, रब नू बुलाउण वास्ते आ, अंदरों प्रगट करन लिया जिन्ना उपराला। ते जदों परमात्मा अंदर प्रगट हो गया, फिर जिथे बैठे उत्थे ही रब नाल गल्ली पए रहोगे। सा फिर रह ही रब जावेगा, जीव तब खत्म हो जाएगा, ईश्वर रह जाएगा, फिर परमात्मा रह जाएगा। जेड़ा अहं भाव है ना जीव वाला, फिर वो मिट जाएगा जिवें। और फल आउण ते फुल खत्म हो जाते आ, और ईश्वर आउण ते जीव खत्म हो जाएगा। जीव तब खत्म हो जाएगा, फिर केवल ईश्वर रह जाएगा, फिर केवल फल रह जाएगा, भगवान रह जाएगा। उहदे वास्ते कर्मां दा अभ्यास है। ज्ञान भया, प्रगट हो गया प्रकाश ब्रह्म परमात्मा, तह कर्मै नाश। फिर कोई लोड़ नहीं, फिर तो ब्रह्म ही है, सब ब्रह्म है, सब गोबिंद है, सब गोबिंद है, गोबिंद बिन नहीं कोई, उहदे बगैर कोई नहीं। सारे पासे परमात्मा, वो आप है, सब कुछ आप रूप हो जाता है। और कहते जो ज्ञान पाया तो कर्मै नाश, जिमें फुल खत्म हो जाते, फिर ज्ञान प्रगट हो गया, परमात्मा भगवान प्रगट हो गया। फिर जीव दे अंदर जीव तब नहीं रह जाता। जीवां वाले कर्म जिहड़े जीव कर्म करते हैं ना, ते सोच समझ मैं आ करना, आ नहीं करना, इधर नूं ना जावां, आ, उस सारे बंधना तो मुक्त हो जाता है। जिवें फल सारियां लई है ना, अमरूद होवे, अनार होवे, दाख होवे, खजूर होवे, कोई भी होवे, उन्हें जिहड़ा मर्जी खा सकदा, पक्की हुई है, उहदी कोई मर्यादा नहीं। जिहदे अंदर ब्रह्म प्रगट हो गया ना, वो सारे वर्णां लई साझा हो जाता है।
ਜਿਵੇਂ ਬ੍ਰਹਮ ਹੈ, ਪਰਮਾਤਮਾ ਹੈ, ਉਹ ਸਾਰਿਆਂ ਲਈ ਸਾਂਝਾ, ਤੇ ਉਵੇਂ ਉਹਦੇ ਅੰਦਰ ਵੀ ਸਾਂਝਾਪਨ ਆ ਜਾਂਦਾ। ਜਿੰਨਾ ਚਿਰ ਜੀਵਤ ਆਵੇ ਨਾ ਜੀਵ, ਉਹਨਾਂ ਚਿਰ ਹਿੰਦੂ ਹਿੰਦੂ ਦਿਸੇਗਾ, ਮੁਸਲਮ ਮੁਸਲਮ ਦਿਸੇਗਾ, ਈਸਾਈ ਈਸਾਈ ਦਿਸੇਗਾ, ਮੁਸਾਈ ਮੁਸਾਈ ਦਿਸੇਗਾ, ਸਿੱਖ ਸਿੱਖ ਦਿਸੇਗਾ। ਉਹਨਾਂ ਚਿਰ ਦਾ ਸਿੱਖਾਂ 'ਚ ਕਈ ਫਿਰਕੇ ਬਣੇ ਹੋਏ ਨੇ, ਇੱਕ ਦੂਜੇ ਨੂੰ ਨਜ਼ਰਾਂ ਭਰ ਕੇ ਵੇਂਦੇ ਆ ਵੀ ਇਹਨੂੰ ਮੈਂ ਹੁਣ ਖਤਮ ਕਰ ਦੇਣਾ। ਉਹਨਾਂ ਚਿਰ ਜਦੋਂ ਉਹ ਪ੍ਰਗਟ ਹੋ ਗਿਆ ਨਾ, ਇਹ ਫਿਰਕਾ ਪ੍ਰਸਤੀ ਕਰਮ ਸਭ ਨਸ਼ਟ ਹੋ ਜਾਂਦੇ ਆ। ਜੀਵਾਂ ਵਾਲੀ ਸੋਚ, ਜੀਵਤਾ ਵਾਲੀ, ਉਹ ਖਤਮ ਹੋ ਜਾਂਦੀ। ਫਿਰ ਬ੍ਰਹਮ ਵਾਲੀ ਚੱਲਦੀ, ਪ੍ਰਕਾਸ਼ ਵਾਲੀ ਚੱਲਦੀ। ਔਰ ਕਹਿੰਦੇ ਕ੍ਰਿਤ ਕਾਰਨ, ਘਿਓ ਵਾਸਤੇ, ਘਿਓ ਕੱਢਣ ਵਾਸਤੇ। ਔਰ ਦਦ ਮਥੈ ਸਾਇਆਨ, ਸਿਆਣੀ ਮਾਈ ਘਿਓ ਵਾਸਤੇ ਦਦ, ਦਹੀਂ ਨੂੰ ਮਥੇ ਮੈਣਾ ਆ ਰਿੜਕਣਾ, ਉਹਦੇ ਵਿੱਚ ਮਧਾਣੀ ਪਾ ਕੇ ਤੇ ਉਹਨੂੰ ਰਿੜਕਦੀ। ਉਹ ਦਹੀਂ ਨੂੰ ਕੁੜ ਵੱਜ ਵੱਜ ਕੇ ਨਾ, ਜਿਹੜੇ ਭੰਨ ਭੰਨ ਕੇ ਉਹਨੂੰ ਦੇ ਕੇ ਦੁੱਖ, ਇਸ ਲਈ ਉਹਨੂੰ ਦੁੱਖ ਦਿੱਤਾ ਜਾ ਰਿਹਾ ਉਹਦੇ ਵਿੱਚੋਂ। ਔਰ ਜਿਹੜਾ ਮੱਖਣ ਪ੍ਰਗਟ ਕਰਨਾ, ਤੇ ਮੱਖਣ ਦੇ ਵਿੱਚੋਂ ਅੱਗੇ ਘਿਓ ਨਿਕਲਣਾ ਹੈ। ਔਰ ਉਹਦੇ ਚੋਂ ਘਿਓ ਕਹਿੰਦੇ ਕ੍ਰਿਤ ਕਾਰਨ, ਔਰ ਘਿਓ ਕਾਰਨ ਉਹਨੂੰ ਦੁੱਖ ਝੱਲਣਾ ਪਿਆ ਤੇ ਉਹਨੂੰ ਰਿੜਕਣਾ ਪਿਆ। ਤੇ ਜੇ ਦੁੱਧ ਇਹ ਅੜੀ ਕਰੇ, ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾ, ਦਹੀਂ ਨਹੀਂ ਉਹ ਬਣਨਾ। ਮੈਂ ਜਿਹੜਾ ਰੇੜਕੇ 'ਚ ਨਹੀਂ ਉਹ ਪੈਣਾ, ਦਹੀਂ ਆਖੇ ਤੇ ਮੁੜ ਕੇ ਮੱਖਣ ਆਖੇ ਖਬਰਦਾਰ ਮੈਨੂੰ ਕੋਲਿਆਂ ਤੇ ਨਾ ਰੱਖੀ, ਮੈਂ ਨਹੀਂ ਸੇਕ ਸੂਕ ਤੇ ਚੜਨਾ। ਤੇ ਕੀ ਸਿਆਣੇ ਬੈਠੇ ਹੋ ਆਪ, ਜੇ ਉਹ ਆਪਾ ਭਾਵ ਨਾ ਛੱਡਣ, ਆਪਣੀ ਆਪਣੀ ਜਗ੍ਹਾ ਤੇ ਆ ਕੇ ਦੁੱਧ ਦਹੀਂ ਬਣਨ ਨੂੰ ਤਿਆਰ ਨਾ ਹੋਵੇ, ਤੇ ਘਿਓ ਦੇ ਦੀਦਾਰ ਹੋਣਗੇ। ਦਹੀਂ ਔਰ ਕੁੜ ਦੀਆਂ ਉਹ ਜਿਹੜੀਆਂ ਨੇ ਠੋਕਰਾਂ ਨਾ ਝੱਲੇ, ਤੇ ਮੱਖਣ ਲੱਸੀ ਨਜ਼ਰ ਆਊ ਕਿਤੇ। ਤੇ ਜੇ ਮੱਖਣ ਨੂੰ ਲਿਜਾ ਕੇ ਅੱਗ ਤੇ ਨਾ ਧਰੀਏ, ਉਹ ਆਪਣਾ ਬਦਲਾਓ ਆਪਾ ਚੇਂਜ ਨਾ ਕਰੇ, ਆਪਾ ਨਾ ਮਟਾਵੇ, ਤੇ ਜਿਹਨੂੰ ਦੇਸੀ ਘੀ ਕਹਿੰਦੇ ਆ, ਉਹ ਕਿੱਥੇ ਨਜ਼ਰ ਆਵੇਗਾ। ਇੱਥੇ ਮਹਾਰਾਜ ਵੀ ਕਹਿੰਦੇ ਅਸੀਂ ਉਸ ਗੱਲ ਨੂੰ ਸਮਝਿਆ ਨਹੀਂ, ਆਪ ਗਵਾਈਏ ਤਾਂ ਸੌ ਪਾਈਏ, ਔਰ ਕੈਸੀ ਚਤਰਾਈ। ਫਿਰ ਉਸੇ ਘਿਓ ਦੀਆਂ ਜੋਤਾਂ ਜਗਦੀਆਂ ਨੇ, ਉਸੇ ਘਿਓ ਦੀਆਂ ਦੇਗਾਂ ਬਣਦੀਆਂ ਨੇ, ਤੇ ਗੁਰੂ ਨੂੰ ਭੋਗ ਲੱਗਦਾ ਹੈ। ਜਿੱਦਣ ਸਿੱਖ ਨੇ ਆਪਣੇ ਵਿੱਚ ਇਉਂ ਤਬਦੀਲੀ ਲੈ ਆਂਦੀ ਨਾ, ਆਪਣਾ ਰੂਪ ਬਦਲਿਆ, ਆਪਣਾ ਵਿਚਾਰ ਬਦਲਿਆ, ਆਪਣਾ ਖਿਆਲ ਬਦਲਿਆ, ਉਦਣ ਗੁਰੂ ਹੋ ਜਾਵੇਗਾ, ਗੁਰੂ ਰੂਪ ਹੋ ਜਾਏਗਾ। ਔਰ ਉਦਣ ਸਿੱਖ ਨੇ ਇਸ ਲਈ ਆਪਣੇ ਆਪ ਨੂੰ ਮਾਨ ਮਰਜ਼ਾਦਾ ਵਿੱਚ ਲਿਆਉਣਾ ਹੈ, ਤੇ ਉਹ ਭਗਤੀ ਦੀਆਂ ਔਰ ਸੇਕ ਦੇਣਾ ਹੈ, ਇਹਨੂੰ ਢਾਲਣਾ ਹੈ ਸੰਚੇ ਦੇ ਵਿੱਚ, ਆਪਣੇ ਆਪ ਨੂੰ ਅੰਦਰੋਂ ਬ੍ਰਹਮ ਪ੍ਰਗਟ ਕਰਨ ਲਈ, ਰੱਬ ਪ੍ਰਗਟ ਕਰਨ ਲਈ। ਇਸ ਵਾਸਤੇ ਢਾਲਣਾ ਹੈ ਜਪ ਤਪ ਸੰਗਤ ਸੇਵਾ ਸਿਮਰਨ ਕਥਾ ਕੀਰਤਨ ਸਮਾਗਮ, ਇਹ ਸਾਰਾ ਕੁਝ ਇਸ ਲਈ ਬਈ ਬ੍ਰਹਮ ਹੋਣਾ, ਇਹਨੇ ਬ੍ਰਹਮ ਜੀਵ ਤੋਂ ਈਸ਼ਵਰ ਹੋਣਾ ਹੈ, ਇਹ ਤਾਂ ਹੈ ਸਭ ਕੁਝ। ਅਗਰ ਇਹਨੇ ਜੀਵਤਾ ਵੀ ਨਹੀਂ ਛੱਡਣਾ, ਇੱਥੇ ਹੀ ਅੜਿਆ ਪਿਆ ਹੈ, ਤੇ ਫੇਰ ਤਾਂ ਗੱਲ ਨਹੀਂ ਨਾ ਬਣਨੀ, ਫਿਰ ਬ੍ਰਹਮ ਨਹੀਂ ਪ੍ਰਗਟ ਹੋਵੇਗਾ, ਬ੍ਰਹਮ ਰੂਪ ਨਹੀਂ ਹੋਵੇਗਾ। ਕਹਿੰਦੇ ਇਸੇ ਕਰਕੇ ਉਹਨੂੰ ਦੁੱਖ ਸਹਾਰਨਾ ਪਿਆ। ਜੀਵਤ ਮੁਕਤ ਸਦਾ ਨਿਰਵਾਣ, ਕਹਿੰਦੇ ਜਿਹਦੇ ਵਿੱਚ ਇਹ ਭਾਵਨਾ ਆ ਗਈ, ਬਦਲਾਓ ਆਉਣ ਲੱਗ ਪਿਆ, ਚੇਂਜ ਆਉਣ ਲੱਗ ਪਿਆ, ਆਪਣੇ ਆਪ ਨੂੰ ਬਦਲਣ ਲੱਗ ਪਿਆ, ਆਪਣੀਆਂ ਆਦਤਾਂ ਖਿਆਲਾਂ ਨੂੰ ਛੱਡਣ ਲੱਗ ਪਿਆ, ਈਰਖਾਵਾਂ ਨੂੰ ਛੱਡਣ ਲੱਗ ਪਿਆ। ਮਹਾਰਾਜ ਕਹਿੰਦੇ ਆ ਉਹ ਜਿਉਂਦਾ ਹੀ ਮੁਕਤ ਏ, ਖਿਆਲਾਂ ਤੋਂ, ਬੰਧਨਾਂ ਤੋਂ, ਈਰਖਾ ਤੋਂ, ਦਵੈਸ਼ ਤੋਂ, ਨਿੰਦਿਆ ਤੋਂ, ਚੁਗਲੀ ਤੋਂ, ਸਾਰੇ ਪਾਸੇ ਮੈਂ ਤੂੰ ਤੋਂ, ਤੇ ਇਹਦੂ ਬਿਰਧ ਫਿਰ ਆਵਾਗਮਨ ਤੋਂ ਫਿਰ ਸ਼ੁੱਧ ਬ੍ਰਹਮ ਹੋ ਜਾਂਦਾ। ਮੁਕਤ ਹੁੰਦਾ ਹੁੰਦਾ ਇੱਕ ਇੱਕ ਚੀਜ਼ ਨੂੰ ਕੱਟਦਾ, ਜਿਵੇਂ ਕੱਟ ਕੇ ਆਪਾਂ ਲਾਉਣੇ ਨਾ, ਇੱਕ ਕੱਪੜਾ ਲਾਤਾ, ਇੱਕ ਤੰਦ ਕੱਟਤੀ, ਦੂਜੀ ਤੰਦ ਕੱਟਤੀ, ਐਂ ਇੱਕ ਇੱਕ ਤੰਦ ਨੂੰ ਕੱਟਦਾ ਜਾਂਦਾ ਹੈ, ਤੇ ਖੀਰਲੀ ਤੰਦ ਆਵਾਗਮਨ ਵਾਲੀ ਕੱਟ ਕੇ ਫਿਰ ਬ੍ਰਹਮ ਹੋ ਜਾਂਦਾ ਹੈ।
फिर परमात्मा हो जाता, ਉਹਦਾ रूप हो जाता है, फिर ਉਹਦੇ अंदर प्रकाश ही प्रकाश है, तो फिर वो केवल आप जिਉਂਦੇ जी मुक्त हो जाता है। तो फिर वो यतन करता है भी जिथे एक मैं पहुँचा है ना, इत्थे दूजे भी आ जाना, उन्होंने भी नाल तोरदा है। फिर वो आप मुक्त मुक्त करे संसार, नानक तिस जन को सदा नमस्कार। फिर उन्होंने नमस्कारां हुंदियां ने, जिहड़ा परोपकार वास्ते फिर चलदा है, इस मार्ग ते तोरदा है, इस मार्ग नाल जोड़दा है, और उन्होंने नमस्कारां हुंदियां। भाई साहब अगले कबित द्वारा कृपा कर रहे ने, कहंदे जैसे बन राय पर फुल्लत फल ना मिता। भाई साहब मिलदा कबित दूजा कह रहे ने, उसे नाल कहंदे बई जिन्नी बनस्पति प्रफुल्लत ही इसे वास्ते आ कि इनू फल लगे, फल निमित्त फल वास्ते, ते जिन्नी लुकाई आ ना सारी मनुखता, ये सारी ब्रह्म वास्ते पैदाइश है इन्हां दी, कि इन्हां चो ब्रह्म प्रगट होवे, ब्रह्म नू मिलना, इहदी सारी दी पैदाइश इसे करके आ। आयो सुनन पढ़न को बाणी, नाम सार लगे अनलालच बृथा जन्म प्राणी। ये सारे ही आए आ, सारे ही, ते सारियां नूं ही महाराज गुरु अर्जन साहब महाराज कहंदे भाई प्राप्त मानुख दे हुरिया गोबिंद मिलन की। ये तेरी बरिया किसी एक नूं नहीं कहा, जिन जिहदे कोले मनुखा शरीर उन्हां सारियां नूं ये कहा है। सारी बनस्पति फल वास्ते आ, ते सारे मनुखा शरीर ब्रह्म वास्ते आ, परमात्मा वास्ते ने पैदा होए। लगत ही फल पत्तर पोप बेलात है। भाई गुरदास साहब कहंदे फल लगदे ही ते फल पक गया, उहदी रुत उन्ने नूं चेंज हुंदी, ते पत्ते भी खत्म हो जाते आ, ते और फुल भी खत्म हो जाते, वो चले जाते। कहंदे जिहड़े कर्म धर्म बाहर दे जीवां दे संसारियां दे, जदों निरंकार रूप फल लगदा है, अंदर रस भरन लगदा है, उहदे कर्म कांड सारे चले जाते हैं। उदों इन्हां च नहीं रहिंदा, इन्हां तो मुक्त हो जाता है। वो फिर सरगुणता नूं छड्ड के जी निर्गुणता दे विच लीनता हासिल कर लैंदा है, निर्गुण दे विच और रल जाता है, एक मिक हो जाता है, उहदे विच मिल जाता है। महाराज अगला प्रमाण देंदे ने भाई साहब, कहंदे जैसे त्रिया रचित सिंगार धार हेत। भाई वरी बीबी उन्हें तन नूं सजाया, श्रृंगार कीते अपने भरता वास्ते, उहदी प्रसन्नता वास्ते, सुहागना वाले। भाई साहब कहंदे भेटत पधार उर हार ना सुहात है। पति की प्राप्ति हो गई, पति मिलाप हो गया, कहंदे उन्होंने श्रृंगारां दी कोई लोड़ नहीं रह गई। ये बाहर दे लिबास, बाहर दे श्रृंगार धार्मिक जेड़े, ये प्रभु वास्ते आ, प्रभु वास्ते, परमात्मा वास्ते वो मिल जावे। ते जदों ओदी प्राप्ति हो गई, उदों सब कुछ इन्हां दी लोड़ नहीं, उदों ओदी लोड़ है, ओदे नाल मिलाप है। उदों ये नहीं उलझदा कि इन्हें चिट्टे रंग दा पाया, इन्हें संधूरी रंग दा पा लिया जी, इन्हें ये क्यों पाया, संधूरी रंग वाले नूं ईर्खा हो गई, और जिहड़ी चिट्टे कपड़ियां वाले ना, चिट्टे चोलियां वालियां नूं ईर्खा हो गई, दूजे ना, ते दूजा जिहड़ा एक सारियां नूं दबी तुरिया आउंदा, कहण लगे नहीं, उदों ईर्खा खत्म हो जाती, मालक मिल गया। राजा एक ते राजे दियां राणियां बेअंत ने, राजे दियां राणियां जे बेअंत ने, ते उन्हां तरह तरह दे वस्त्र पहने ने, पोशाकां पहनियां होईयां ने। कि जिहड़ी राजे दी पटरानी आ, जादी नजदीक है, वो सारियां नाल लड़ पवे, तुसी राणियां, तुसी इस रंग का कपड़ा क्यों पहनिया, तू आ क्यों पहनिया, नहीं उन्होंने सारियां दे वख वख ने, है सारे राजे दियां, ठाकुर एक और सगली नार सुबाई, संसार दे कपड़ियां च ना उलझ।
इत्थे ना उलझ, वो मालक एक है, सारे जीव उसे दे ने, उसे दे बनाए ने। भाई साहब तीजा प्रमाण देंदे, बालक अचेत जैसे करत लीला अनेक। भाई गुरदास साहब कहते बच्चा बचपन अंदर अचेत बेसमझे आना है, ते आना बालक बच्चा जेड़ा है करत लीला अनेक, अनेकां लीला करदा है बचपन वाले कौतक। उन्होंने पता नहीं हुंदा है चंगा कि माड़ा, उन्होंने इत्थों तक भी नहीं पता कि मेरे लिए चंगा कि माड़ा, और उहदे ख्याल मां बाप करते ने। भाई साहब कहते सुचिता चेतन भय सबे विश्रात है। कहते उही बच्चा जेड़ा निक्कियां निक्कियां गलतियां करदा, निक्के निक्के कम विगाड़दा, हानिकारक वस्तुआं वाल नूं भज भज के जांदा, कहते जदों वो सुचित चेतन, जदों सावधान हो जावे, समझ दे काबलियत हो जावे और सोचना समझन वाला हो जावे, तो उन्होंने मुड़ के कहिए हाँ अग दा कोला पकड़ खां, अग दा कोला, वो पकड़दा नहीं, कहेगा तू तो अन्ना एदा हथ सड़े, आ तत्ती चीज नूं हथ ला लो, कहेगा तू तो कहना बई एदा हथ सड़े, उन्होंने पता लग गया ना। भाई साहब कहते जिवें उन्होंने बच्चे नूं और सावधानता विच वड्डे होए नूं पता लग जाता है, वो माड़ियां चीज़ां नूं हथ नहीं पाउंदा। ते इहदे तो कदे भी भावना लै लिया जे कि असीं कहांगे जी भी अजे बच्चे नूं सानूं की पता नहीं। गुरमुखो कि असीं बिरध हो के बचपने वालियां ही आदतां रखणियां है, उही ख्यालात रखने ने। सावधानता विच आउणा है, चिंतन होना है और सियाने बनना। सियानफता है अवगुणां नूं त्यागना, गुणां दे ग्राही होना, गुणां नूं पकड़ना। और कहंदे जिवें ओहदियां आदतां वड्डेपन विच आके अनजानपुना बेसमझी चली जांदी आ, गुर सिख दी सतगुर कोल आके इधर नूं अगे वध के वड्डे दे नाल जुड़ के वड्डे दी वड्याई करदिआं वो बेसमझी चली जांदी है, उन्हां अवगुणां नूं नहीं करदा, उन्हां तो दूर हो जाता है। भाई साहब चौथा प्रमाण देंदे, कहंदे तैसे खट कर्म धर्म श्रम ज्ञान काज ज्ञान भान उदय। कह लगे इसे तरह छे कर्म करन वाले जेड़े ने जगत दे अंदर ओ ते और चार आश्रमां वाले, और कोहे ने अपने आप को क्षत्रिय धर्म पालन कर लिया, ब्राह्मण कर लिया, वैश्य कर लिया और शूद्र कर लिया, इन्हां दे विचों परे उठन वाले इहदे विचों लंघदियां होइयां ज्ञान भानी उदय। कहन लगे जदों ज्ञान दा भान सूरज हिरदे विच उदय प्रकाश हो गया, प्रभु दा ज्ञान हिरदे विच प्रगट हो गया, प्रफुल्लित हो गया। भाई साहब कहंदे उड कर्म उडात है। कहंदे उस वेले सारे दे सारे कर्म जेड़े बाहर दे वो सारे उडारी मार जांदे, उन्हां दा कोई काम नहीं रह जांदा। एक कर्म धर्म बंधता सब कुछ इसलिए कि ब्रह्म होना। जिदन ब्रह्म हो गए तो ब्रह्म तो कदे माड़ा हो ही नहीं सकता, वो तो कदे माड़ा हो ही नहीं सकता जो ब्रह्म नूं मिल गया। ब्रह्म खुद ही सिमरने हर वक्त चलदा है, हर एक दे हिरदे विच चलदा, हर एक दा चेता शक्ति विच बसदा है, वो भी सदा इउं ही चलदा है, ब्रह्म विच मिल जांदा है, ब्रह्म दा रूप हो जाता है, एकता दे तागे विच परोया जाता है। भाई साहब कृपा करते ने अगले कवित द्वारा, कहंदे जैसे हस बोलत ही डाकन हरै कर जो। कहंदे हुण देखो एक माड़ा चंगा करके ते मौत करदा, ते जेड़ा एक चंगा है वो दुख देख के उहदा भला करदा है। एक डैन दैनत जिवें हुंदे आ ते और डैन जिहड़ी डैन है वो बड़ा हसदी, ते हसदे वेख के बच्चा उहदी गोद वल नूं भज जांदा, बई ये मेरे नाल खेडना चाहुंदी है, लाड करना चाहुंदी। ते कहंदे बालक ताही लौतावे जावे गोद लेता है,
ਬਾਲਕ ਭੱਜ ਕੇ ਉਹਨੂੰ ਹੱਸਦਿਆਂ ਮੁਸਕਰਾਉਂਦਿਆਂ ਵੇਖ ਕੇ ਨਿੱਕਾ ਜਿਹਾ ਬੱਚਾ ਉਹਦੀ ਗੋਦ 'ਚ ਜਾ ਵੜਦਾ ਤੇ ਉਹ ਗੋਦ 'ਚ ਬਿਠਾ ਕੇ ਉਹਦਾ ਅੰਦਰ ਪੇਟਾ ਕੱਢ ਦਿੰਦੀ, ਉਹਨੂੰ ਖਤਮ ਕਰ ਦਿੰਦੀ, ਮਾਰ ਦਿੰਦੀ। ਕਹਿੰਦੇ ਉਹਦਾ ਉਹਨੂੰ ਹੱਸਣਾ ਤੇ ਲਾਡ ਲਡਾਉਣਾ ਮੌਤ ਦਾ ਕਾਰਨ ਬਣ ਗਿਆ, ਉਹਦੇ ਭੁਲਝਾਵੇ ਵਿੱਚ ਆ ਗਿਆ। ਬੱਚੇ ਨੇ ਤਾਂ ਇਹ ਜਾਣ ਲਿਆ ਨਾ ਮੇਰੇ ਨਾਲ ਬੜਾ ਪ੍ਰੇਮ, ਮੇਰੇ ਨਾਲ ਬੜਾ ਹਿੱਤ ਏ, ਤੇ ਉਹ ਭੱਜ ਕੇ ਉਹਦੇ ਕੋਲ ਗਿਆ, ਚਲਿਆ, ਉਹਦੀ ਮੌਤ ਹੋ ਗਈ। ਤੇ ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ, ਕਹਿੰਦੇ ਰੋਵਤ ਸੁੱਤੇ ਜੈਸੇ ਔਖਦ ਪਿਆਵੇ ਮਾਤਾ। ਕਹਿੰਦੇ ਇੱਕ ਪਾਸੇ ਪੁੱਤਰ ਧੀ ਹੋ ਗਿਆ ਬਿਮਾਰ, ਤੇ ਉਹ ਕੌੜੀ ਦਵਾਈ ਵੇਖ ਕੇ, ਬੁਖਾਰ ਦੂਰ ਕਰਨ ਵਾਲੀ, ਰੋਗ ਦੂਰ ਕਰਨ ਵਾਲੀ, ਖਾਂਦਾ ਨਹੀਂ, ਖਾਣੀ ਨਹੀਂ ਚਾਹੁੰਦਾ, ਤੇ ਮਾਂ ਨੂੰ ਲੈ ਕੇ ਗੋਡਿਆਂ ਥੱਲੇ ਘੋਲ ਕੇ ਗੋਲੀ ਚਮਚੇ ਦੇ ਵਿੱਚ ਫੜ ਕੇ ਉਹਦਾ ਨੱਕ ਮੂੰਹ ਨਹੀਂ ਖੋਲਦਾ, ਤੇ ਜਦੋਂ ਸਾਹ ਲੈਣ ਲੱਗਾ ਮੂੰਹ ਧੱਕੇ ਨਾਲ ਗੋਲੀ ਪਾ ਦਿੱਤੀ, ਤੇ ਉੱਤੇ ਨੱਕ ਫੜ ਲਿਆ, ਅੰਦਰ ਲੰਘ ਜਾਵੇ, ਇਹਦਾ ਭਲਾ ਹੋਵੇ। ਤੇ ਉਹ ਮਾਂ ਨੂੰ ਬੱਚਾ ਸਮਝੇ ਤਾਂ ਮੇਰੀ ਵੈਰਨ, ਮੇਰੇ ਨੂੰ ਨੱਪ ਲਿਆ ਸ, ਮੈਨੂੰ ਨੂੜ ਲਿਆ ਸ, ਮੇਰੇ ਛਾਤੀ ਤੇ ਲੱਤਾਂ ਰੱਖ ਦਿੱਤੀਆਂ ਸ, ਬਾਹਾਂ ਮੇਰੀਆਂ ਨੱਪ ਲਿੱਤੀਆਂ ਸ, ਨੱਕ ਬੰਦ ਕਰ ਦਿੱਤਾ ਸ, ਮੈਨੂੰ ਤਾਂ ਮਾਰਨ ਲੱਗੀ ਸੀ। ਪਰ ਉਹਨੇ ਉਹਨੂੰ ਨੱਪਿਆ ਔਰ ਧੱਕਾ ਕੀਤਾ, ਕਾਹਦੇ ਲਈ? ਉਹਦੀ ਜ਼ਿੰਦਗੀ ਬਚਾਉਣ ਲਈ। ਤੇ ਉਹਦਾ ਲਾਡ ਸੀ ਡੈਣ ਦਾ, ਉਹਦੀ ਜ਼ਿੰਦਗੀ ਮਕਾਉਣ ਲਈ। ਇਹਦਾ ਮਤਲਬ ਸਮਝੇ ਹੋ? ਮਹਾਰਾਜ ਕਈ ਵੇਰ ਸਾਨੂੰ ਸੰਸਾਰ ਦੇ ਵਿੱਚ ਚੋਟ ਮਾਰਦਾ ਹੈ, ਥੋੜਾ ਜਿਹਾ ਦੁੱਖ ਦਿੰਦਾ ਹੈ, ਉਹ ਸਾਨੂੰ ਸੁਧਾਰਨ ਲਈ, ਬਚਾਉਣ ਵਾਸਤੇ। ਤੇ ਕਈ ਵਾਰ ਮਾੜਾ ਪਾਸਾ ਜਿਹੜਾ ਹੈ ਨਾ, ਉਹ ਬੜਾ ਚੰਗਾ ਲੱਗਦਾ ਡੈਣ ਦੇ ਹਾਸੇ ਦੀ ਤਰ੍ਹਾਂ, ਬਈ ਇਧਰੋਂ ਤਾਂ ਨੋਕਾ ਟੋਕੀ ਬੜੀ ਹੈ, ਇੱਥੇ ਤਾਂ ਆਹ ਬੜਾ ਹੈ। ਤੇ ਜਿਹੜਾ ਪਾਸਾ ਚੰਗਾ ਲੱਗਦਾ ਹੁੰਦਾ ਨਾ, ਫਿਰ ਉਹ ਥੋੜੇ ਸਮੇਂ 'ਚ ਹੀ ਪਤਾ ਲੱਗ ਜਾਂਦਾ ਵੀ ਇਹਦੇ 'ਚ ਝੱਲਣ ਵਾਲਾ ਕੋਈ ਨਹੀਂ ਹੈ, ਇਹਨੇ ਤਾਂ ਬਰਬਾਦ ਕਰਕੇ ਧਰ ਦਿੱਤਾ। ਉਹਦਾ ਹਾਸਾ ਵੀ ਮਾੜਾ ਹੁੰਦਾ ਹੈ, ਤੇ ਉਹਦਾ ਡਟਣਾ ਵੀ ਚੰਗਾ, ਤਾੜਨਾ ਵੀ ਚੰਗਾ ਹੁੰਦਾ ਹੈ। ਭਾਈ ਸਾਹਿਬ ਕਹਿੰਦੇ ਕਿਤੇ ਨਾ ਸਮਝ ਲੈਣਾ ਕਿ ਬਚਪਨੇ ਦੇ ਅੰਦਰ ਮੇਰੇ ਮਾਂ ਬਾਪ ਤਾਂ ਬੱਚਿਆਂ ਨੂੰ ਬੜਾ ਹੁੰਦਾ ਹੈ, ਡਾਂਟਦੇ ਹੀ ਰਹਿੰਦੇ ਆ, ਤਾੜਦੇ ਹੀ ਰਹਿੰਦੇ ਆ, ਇਹਦਾ ਮੇਰੇ ਜਾਨੀ ਦੁਸ਼ਮਣ ਬਣ ਗਏ। ਕਹਿੰਦੇ ਸੱਜਣਾ, ਮਾਂ ਬਾਪ ਦਾ ਤਾੜਨਾ ਤੇਰੀ ਜ਼ਿੰਦਗੀ ਨੂੰ ਸਵਾਰਨਾ ਹੈ। ਤੇ ਜਿਹੜਾ ਦੂਜਾ ਕਹਿੰਦਾ ਨਾ, ਆ ਮੈਂ ਤੈਨੂੰ ਆਹ ਲੈ ਦੂੰ, ਉਹ ਲੈ ਦੂੰ, ਆਹ ਕਰ ਦੂੰ, ਇੱਥੇ ਚੱਲ, ਕਹਿੰਦੇ ਉਹ ਡੈਣ ਵਰਗਾ ਹੀ ਡੈਣ ਵਰਗਾ, ਉਹ ਤੈਨੂੰ ਬਰਬਾਦ ਕਰ ਦੇਵੇਗਾ। ਮਾਂ ਬਾਪ ਦਾ ਤਾੜਨਾ ਵੀ ਤੈਨੂੰ ਆਬਾਦ ਕਰ ਦੇਵੇਗਾ। ਤੇ ਜਿਹਨੂੰ ਇਹ ਸਮਝ ਆ ਗਈ, ਕਹਿੰਦਾ ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਹੈ, ਜੇ ਗੁਰੂ ਝਿੜਕ ਵੀ ਦੇਵੇ ਤੇ ਮਿੱਠਾ ਲੱਗਦਾ ਹੈ। ਤਾੜਨੇ ਵਿੱਚ ਹਿਤਕਾਰ ਹੈ। ਖੈਰ ਸੰਖੇਪ ਕਰਾਂ, ਭਾਈ ਸਾਹਿਬ ਕਹਿੰਦੇ ਐਸਾ। ਔਰ ਦੂਜੇ ਪ੍ਰਮਾਣ ਦੁਆਰਾ ਕਹਿੰਦੇ ਉਹ ਦੁੱਧ ਪਿਲਾਉਂਦੀ ਤੇ ਬੱਚੇ ਨੂੰ ਲੱਗਦਾ ਵੀ ਮੈਨੂੰ ਜ਼ਹਿਰ ਦਿੰਦੀ ਹੈ, ਦਵਾਈ ਨਹੀਂ ਗੀ। ਕਹਿੰਦੇ ਨਹੀਂ ਸੱਜਣਾ, ਉਹ ਤੇਰੀ ਦੁਸ਼ਮਣ ਨਹੀਂ, ਉਹ ਤੇਰੇ ਨਾਲ ਪਿਆਰ ਕਰਦੀ ਹੈ, ਤੈਨੂੰ ਬਚਾਉਣਾ ਚਾਹੁੰਦੀ ਹੈ। ਗੁਰੂ ਤੈਨੂੰ ਮਾੜਾ ਨਹੀਂ ਚਾਹੁੰਦਾ, ਗੁਰੂ ਤੈਨੂੰ ਬਚਾਉਣਾ ਚਾਹੁੰਦਾ ਵਿਕਾਰਾਂ ਤੋਂ, ਬਦ ਫੈਲੀਆਂ ਤੋਂ, ਆਵਾਗਮਨ ਤੋਂ, ਦੁੱਖਾਂ ਤੋਂ। ਭਾਈ ਸਾਹਿਬ ਜੀ ਤੀਸਰਾ ਪ੍ਰਮਾਣ ਦਿੰਦੇ ਆ, ਕਹਿੰਦੇ ਹਰਨ ਭਰਨ ਗਤ ਸਤਿਗੁਰ ਜਾਨੀਐ ਨਾ, ਬਾਲਕ ਜੁਗਤ ਮਤ ਜਗਤ ਆਚੇਤ ਹੈ। ਕਹਿੰਦੇ ਹਰਨ ਭਰਨ, ਪੋਸ਼ਣਾ ਕਰਨੀ, ਪੋਸ਼ਣਾ, ਪਾਲਣਾ, ਭਰਨਾ, ਪੋਖਣ, ਭਰਨ, ਪੋਖਣ। ਔਰ ਕਹਿੰਦੇ ਤੇ ਹਰਨ ਨਾਸ਼ ਕਰਨਾ, ਕਹਿੰਦੇ ਇਹ ਪਰਮਾਤਮਾ ਤੋਂ ਹੋ ਰਿਹਾ ਹੈ। ਜਨਮ ਦੇ ਕੇ ਉਹਦੀ ਪਾਲਣਾ ਪੋਸ਼ਣਾ ਪਰਮਾਤਮਾ ਜੀਵ ਦੀ ਕਰ ਰਿਹਾ ਹੈ, ਤੇ ਸੰਸਾਰ ਤੋਂ ਜੀਵ ਨੂੰ ਰੁਖਸਤ ਵੀ ਪਰਮਾਤਮਾ ਤੋਂ ਹੋ ਰਿਹਾ ਹੈ। ਇਹ ਗਤ ਸਤਿਗੁਰ ਤੋਂ ਜਾਣੀਏ, ਪਰ ਕਿਸੇ ਨੇ ਜਾਣਿਆ ਨਾ ਬੇਸਮਝ ਨੇ। ਉਹਨੇ ਕਹਿ ਦਿੱਤਾ ਨਹੀਂ ਆ ਤਾਂ ਫਲਾਨਾ ਕਾਰਨ ਹੁੰਦਾ, ਕਿਤੇ ਮੈਂ ਹਾਰਦਾ ਸਾਂ, ਕਿਤੇ ਮੈਨੂੰ ਕੁਝ ਹੁੰਦਾ ਸੀ, ਇਹਨੂੰ ਕਿਤੇ ਕੁਝ ਹੁੰਦਾ ਸੀ। ਨਹੀਂ ਸੱਜਣੋ, ਕਾਰਨ ਕਰਤੇ ਵਸ ਹੈ, ਜਿਨ ਕਲ ਰੱਖੀ ਧਾਰ। ਜੋ ਕਾਰਨ ਬਣਾਉਣਾ ਨੇ ਕਰਤੇ ਨੇ ਬਣਾਉਣਾ ਹੈ, ਪਰਮਾਤਮਾ ਨੇ ਬਣਾਉਣਾ ਹੈ। ਉਨਤੀ ਲਿਆਉਣ ਵਾਸਤੇ ਵੀ ਤੇ ਤੈਨੂੰ ਥੱਲੇ ਲਿਜਾਣ ਵਾਸਤੇ ਵੀ, ਉੱਪਰ ਲਿਜਾਣ ਵਾਸਤੇ ਵੀ, ਤੇਰੀ ਜ਼ਿੰਦਗੀ ਦੇ ਕਾਰਨ ਸਾਰੇ ਪਰਮਾਤਮਾ ਨੇ ਬਣਾਉਣੇ। ਮਨੁੱਖ ਦੇ ਵੱਸ ਹੋਵੇ ਨਾ ਜੀ, ਤੇ ਆਪਾਂ ਸਾਰਿਆਂ ਆਪਾਂ ਸੰਸਾਰ 'ਚ ਵਿਚਰਦੇ ਆ ਨਾ,
ਤੇ ਬੰਦੇ ਦੇ ਵੱਸ ਹੋਵੇ ਨਾ ਕਿਸੇ ਨੂੰ ਤਾਂ ਲਿਜਾਣਾ, ਤੇ ਇੱਕ ਯਾਦ ਰੱਖਣੀ, ਜਿਹੜਾ ਤਾਂ ਲਿਜਾ ਸਕਦਾ ਹੈ ਨਾ ਉਹ ਥੱਲੇ ਵੀ ਸਿੱਟ ਸਕਦਾ। ਹਿਟਲਰ ਨੇ ਇਸੇ ਕਰਕੇ ਹੀ ਸਭ ਤੋਂ ਪਹਿਲਾਂ ਬੰਦੇ ਉਹ ਮਾਰੇ ਸਨ ਜਿਹੜੇ ਉਹਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ ਉਹਦੀ ਹੈਲਪ ਦੇ। ਕਹਿੰਦਾ ਜੇ ਇਹ ਮੈਨੂੰ ਤਾਂ ਲਿਜਾ ਸਕਦੇ, ਕੱਲ ਨੂੰ ਮੇਰੀ ਗਿਰਾਵਟ ਦਾ ਵੀ ਕੰਮ ਕਰ ਸਕਦੇ। ਸਭ ਤੋਂ ਪਹਿਲਾਂ ਉਹਨੇ ਮਰਵਾਏ। ਮਨੁੱਖ ਵੀ ਇਹੀ ਕਰੇ ਜੀ। ਤੇ ਮਨੁੱਖ ਦੇ ਵੱਸ ਹੋਵੇ ਨਾ ਕਿਸੇ ਨੂੰ ਰੋਟੀ ਦੇ ਦੇ ਤੇ ਉਹਦੇ ਤੋਂ ਕਿਤੇ ਬਾਰ ਖਿਲਾਫੀ ਹੋ ਜਾਏ, ਗਲ 'ਚ ਗੂਠਾ ਦੇ ਕੇ ਬੁਰਕੀ ਕੱਢ ਲੇ। ਇਹਦਾ ਪਰਮਾਤਮਾ ਹੀ ਹੈ, ਜੀਵਾਂ ਨੂੰ, ਮਨੁੱਖਾਂ ਨੂੰ, ਸਾਰਿਆਂ ਨੂੰ ਰੋਜੀ ਦਿੰਦਾ ਹੈ। ਦੇ ਨਾ ਪਛੋਤਾਏ, ਕਦੇ ਸੁਣਾਉਂਦਾ ਨਹੀਂ, ਕਦੇ ਨਹੀਂ ਕਹਿੰਦਾ ਮੈਂ ਤੈਨੂੰ ਦਿੱਤਾ। ਔਰ ਪਰਮਾਤਮਾ ਸਾਰਿਆਂ ਦੀ ਕੇਅਰ ਕਰਦਾ ਹੈ। ਭਰਨ ਪੋਖਣ ਪਾਲਣਾ ਵੀ ਉਹਦੇ ਤੋਂ ਹੋ ਰਹੀ ਹੈ, ਸਾਰਿਆਂ ਨੂੰ ਦਿੰਦਾ ਹੈ। ਔਰ ਨਾਸ਼ ਵੀ ਉਸੇ ਤੋਂ ਹੋ ਰਿਹਾ ਹੈ ਦੁਨੀਆ ਦਾ। ਔਰ ਦੁਨੀਆ ਇੱਕ ਪਾਸਿਓਂ ਜਨਮ ਹੋ ਰਿਹਾ, ਇੱਕ ਪਾਸਿਓਂ ਜਾ ਰਹੇ ਨੇ, ਇਹ ਉਸੇ ਤੋਂ ਹੋ ਰਿਹਾ, ਉਹਦੇ ਤੋਂ ਜਾਣ। ਜੀਵ ਜਿਹੜਾ ਹੈ ਆਪਣੀ ਸਿਆਣਪ ਦੁਆਰਾ ਨਹੀਂ ਇਹ ਜਾਣਦਾ, ਕਹਿੰਦਾ ਨਹੀਂ ਆਹ ਹੋ ਗਿਆ ਜੀ, ਉਹ ਹੋ ਗਿਆ। ਪਰਮਾਤਮਾ ਨੇ ਕਾਰਨ ਬਣਾਉਣਾ। ਬਾਲਕ ਜੁਗਤ ਮਤ ਜਗਤ ਆਚੇਤ ਹੈ। ਕਹਿਣ ਲੱਗੇ ਜਿਵੇਂ ਬੱਚਾ ਅਣਜਾਣ ਹੁੰਦਾ ਹੈ ਨਾ, ਤੇ ਮਨੁੱਖ ਅਗਿਆਨੀ ਬੇਸਮਝ, ਇਹ ਸਮਝਦਾ ਨਹੀਂ। ਜਿਵੇਂ ਬੱਚਾ ਗਲਤ ਅੰਦਾਜ਼ਾ ਲਾ ਲੈਂਦਾ ਹੈ ਕਿ ਮੇਰੀ ਮਾਂ ਮੇਰੀ ਦੁਸ਼ਮਣ ਹੈ, ਕਹਿੰਦੇ ਅਗਿਆਨੀ ਗਲਤ ਅੰਦਾਜ਼ਾ ਲਾ ਲੈਂਦਾ, ਮੈਨੂੰ ਰੱਬ ਨੇ ਆ ਕਿਉਂ ਨਹੀਂ ਦਿੱਤਾ, ਆ ਕਿਉਂ ਕੀਤਾ, ਰੱਬ ਤਾਂ ਮੇਰਾ ਦੁਸ਼ਮਣ ਹੈ, ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ। ਕਹਿੰਦੇ ਨਹੀਂ, ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਆਮਣ ਜਾਣਾ ਜਿਹੜਾ ਹੈ ਉਹਦਾ ਹੁਕਮ ਹੈ, ਹੁਕਮ ਦੇ ਅੰਦਰ ਇਹ ਸਭ ਕੁਛ ਆਉਣਾ ਹੈ, ਜਾਣਾ ਹੈ, ਰਹਿਣਾ ਹੈ, ਜਾਣਾ ਪੈਣਾ। ਜਿਹੜਾ ਆਇਆ ਹੈ ਉਹਨੇ ਇੱਕ ਦਿਨ ਜਾਣਾ ਹੀ ਜਾਣਾ ਹੈ। ਕਹਿੰਦੇ ਤੇਰੀ ਕੇਅਰ, ਤੇਰੀ ਸੰਭਾਲ ਤਾਂ ਰੱਬ ਕਰ ਰਿਹਾ ਹੈ, ਤੇ ਤੂੰ ਕਹਿਣਾ ਵੀ ਮੈਂ ਨਾ ਹੋਵਾਂ ਤੇ ਸੰਸਾਰ ਨਹੀਂ ਚੱਲਣਾ। ਮਹਾਰਾਜ ਕਹਿੰਦੇ ਗਲਤ ਹੈ, ਇਹ ਨਾ ਮਨ 'ਚ ਠਹਿਰਾ। ਰੱਬ ਦਾ ਸ਼ੁਕਰ ਕਰ, ਪਰਮਾਤਮਾ ਤੂੰ ਮੈਨੂੰ ਵੀ ਪਾਲਦਾ ਹੈ ਤੇ ਸੰਸਾਰ ਪਰਿਵਾਰ ਨੂੰ ਵੀ ਪਾਲਦਾ ਹੈ, ਸਭਨਾਂ ਦੀ ਪਾਲਣਾ ਤੂੰ ਕਰਨ ਵਾਲਾ ਹੈ। ਮਨੁੱਖ ਨੇ ਹਉਮੈ ਬੱਧੀ ਹੋਈ ਆ ਜੀ, ਆਪਣੇ ਪਰਿਵਾਰ ਨੇ, ਆਪਣੇ ਕਾਰੋਬਾਰ ਨੇ, ਆਪਣੇ ਬੱਚੇ ਨੇ। ਆਪਾਂ ਸੁੱਖ ਕਿਹਦੇ ਤੋਂ ਮੰਗਦੇ ਆ ਕੇ? ਆਪਾਂ ਜਿੰਨੇ ਆ ਰਹੇ ਪਰਿਵਾਰਾਂ ਦੀ, ਕਾਰੋਬਾਰ ਲਈ, ਔਰ ਕਿਸੇ ਨੂੰ ਕਿਸੇ ਵਜ੍ਹਾ ਕਰਕੇ ਆ ਰਹੇ ਨਾ। ਤੇ ਆਪਾਂ ਅਰਦਾਸਾਂ ਵੀ ਕਈ ਵਾਰ ਕਰਵਾਉਣੇ, ਮਹਾਰਾਜ ਕਿਰਪਾ ਕਰੋ ਘਰ ਦੇ ਵਿੱਚ, ਪਰਿਵਾਰ 'ਚ, ਬੱਚਿਆਂ ਤੇ, ਉਹਦੇ ਤੋਂ ਮੰਗਦੇ ਨਾ। ਤੇ ਫਿਰ ਹਉਮੈ ਆਪਣੀ ਕਿਉਂ ਕਰ ਲੈਨੇ ਬਈ ਮੈਂ ਆਏ। ਮਹਾਰਾਜ ਕਹਿੰਦੇ ਨਹੀਂ, ਮਾਲਕ ਬੜਾ ਵੱਡਾ ਹੈ। ਤੂੰ ਨਹੀਂ ਸੀ ਤੇ ਸੰਸਾਰ ਚੱਲੀ ਜਾਂਦਾ ਸੀ, ਤੂੰ ਨਹੀਂ ਰਹਿਣਾ, ਸੰਸਾਰ ਚੱਲੀ ਜਾਣਾ, ਚੱਲੀ ਜਾਣਾ ਹੈ। ਤੂੰ ਆਪਣੀ ਸੇਵਾ ਦੀ ਜ਼ਿੰਮੇਵਾਰੀ ਨਿਭਾ ਜਿੰਨੀ ਤੇਰੀ ਪਰਮਾਤਮਾ ਨੇ ਲਾਈ ਆ, ਤੇ ਉਹਦੇ ਹਜ਼ੂਰ ਅਰਜ਼ੋਈ ਕਰ, ਉਹਦਾ ਧੰਨਵਾਦ ਕਰ, ਤੂੰ ਮੈਨੂੰ ਵੀ ਪਾਲਦਾ ਹੈ ਮਹਾਰਾਜ, ਪਰਿਵਾਰ ਵੀ ਪਾਲਦਾ ਹੈ, ਸੰਸਾਰ ਵੀ ਪਾਲਦਾ ਹੈ, ਤੇਰੇ ਬਗੈਰ ਕੋਈ ਨਹੀਂ ਜਿਹੜਾ ਕਿਰਪਾ ਕਰ ਸਕੇ। ਭਾਈ ਸਾਹਿਬ ਕਹਿੰਦੇ ਆ ਇਹ ਆਚੇਤ ਅਗਿਆਨੀ ਬੇਸਮਝੇ ਜੋ ਵਰਤਾਰਾ ਵਰਤਦਾ ਹੈ ਪਰਮਾਤਮਾ ਦਾ ਵਰਤਦਾ ਹੈ, ਪਰਮਾਤਮਾ ਵਰਤਾ ਰਿਹਾ ਹੈ। ਆਕਾਲ ਕਲਾ ਆਲਖ ਅਤ ਹੀ ਆਗਾਦ ਬੋਧ, ਉਹ ਪਰਿਪੂਰਨ ਪਰਮਾਤਮਾ ਦੀ ਕਲਾ ਜਿਹੜਾ ਹੈ, ਔਰ ਉਹ ਪਰਿਪੂਰਨ ਪਰਮਾਤਮਾ ਜਿਹੜਾ ਅਵਿਦਿਆ ਦੀ ਸ਼ਕਤੀ ਤੋਂ ਰਹਿਤ ਹੈ, ਔਰ ਮਾਇਆ ਦੀ ਸ਼ਕਤੀ ਉਹਨੂੰ ਨਹੀਂ ਵਿਆਪ ਸਕਦੀ, ਉਹਨੇ ਪੈਦਾ ਕੀਤੀ ਹੈ। ਉਹ ਅਲੱਖ ਜਾਣਕਾਰੀ ਤੋਂ ਪਰੇ ਆ, ਕੋਈ ਉਹਦੀ ਮੁਕੰਮਲ ਜਾਣਕਾਰੀ ਹਾਸਲ ਨਹੀਂ ਕਰ ਸਕਦਾ। ਉਹ ਪਰਿਪੂਰਨ ਪਰਮਾਤਮਾ ਦਾ ਗਿਆਨ ਆਗਾਧ ਹੈ, ਉਹਦਾ ਕੋਈ ਅੰਤ ਨਹੀਂ ਪਾ ਸਕਦਾ। ਕਿਸੇ ਕੋਲ ਕਤਰਾ ਆ ਗਿਆ, ਕਿਸੇ ਕੋਲ ਥੋੜਾ ਜਿਹਾ ਸਮੁੰਦਰ ਦਾ ਪਾਣੀ ਆ ਗਿਆ, ਤੇ ਉਹ ਕਹੇ ਮੈਂ ਸਾਰਾ ਸਮੁੰਦਰ ਹੀ ਕੋਲੇ 'ਚ ਪਾ ਲਿਆ, ਇਹ ਉਹਦੀ ਬੇਸਮਝੀ ਹੋਵੇਗੀ। ਸਮੁੰਦਰ ਅਜੇ ਬਾਕੀ ਬਹੁਤ ਹੈ, ਤੇਰੇ ਕੋਲ ਓਨਾ ਹੀ ਆਇਆ ਜਿੰਨਾ ਤੇਰਾ ਭਾਂਡਾ ਸੀਗਾ। ਪਾਣੀ ਭਰਨ ਵਾਲੀਆਂ ਬੀਬੀਆਂ ਕਹਿੰਦੇ ਪਾਣੀ ਭਰਨ ਜਾਣ, ਤੇ ਕਿਸੇ ਕੋਲ 2 ਘੜੇ ਪਾਣੀ ਦੇ ਚੱਕੇ, ਕਿਸੇ ਕੋਲ 3। ਮਾਈਆਂ ਪੁਰਾਣੀਆਂ ਜਦੋਂ ਪਾਣੀ ਭਰ ਕੇ ਲਿਆਉਂਦੀਆਂ ਹੁੰਦੀਆਂ ਸਨ ਨਾ, ਉਹ 2-2 ਘੜੇ 2-2 ਮਟਕੇ ਸਿਰ ਤੇ ਰੱਖ ਲੈਂਦੀਆਂ ਸਨ। ਰਾਜਸਥਾਨ ਕੰਨੀ ਅਜੇ ਵੀ ਹੈ ਆਪਣੇ ਧੌਣ, ਔਰ ਚੁੱਲ੍ਹੇ ਤੇ ਟੂਟੀ ਲੱਗੀ ਹੋਈ ਆ। ਤੇ ਪਿਆਰਿਓ ਉਹ 2-2 ਘੜੇ ਪਾਣੀ ਦੇ ਭਰ ਕੇ ਰੱਖ ਲੈਂਦੀਆਂ ਸਨ। ਇੱਕ ਬੀਬੀ ਜਿਹਦੇ ਕੋਲ ਛੋਟਾ ਜਿਹਾ ਬਰਤਨ,
ਉਹ ਵੀ ਪਾਣੀ ਭਰ ਕੇ ਲਈ ਆਵੇ ਦਰਿਆ ਤੋਂ, ਤੇ ਦਰਿਆ ਨੂੰ ਕਹਿੰਦੇ ਲਾਮਾ ਦੇਣ ਲੱਗ ਪਈ, ਤਾਨੇ ਮਾਰਨ ਲੱਗ ਪਈ, ਤੂੰ ਬੇਇਨਸਾਫੀ ਕੀਤੀ, ਤੂੰ ਇਹਨਾਂ ਨੂੰ 2-2 ਘੜੇ 3-3 ਘੜੇ ਘੜਾ ਘੜਾ ਪਾਣੀ ਦਾ ਦਿੱਤਾ, ਮੈਨੂੰ ਆ ਥੋੜਾ ਜਿਹਾ। ਕਹਿਣ ਲੱਗਾ ਨਹੀਂ, ਮੇਰਾ ਕੰਮ ਆ ਪਾਣੀ ਵਰਤਾਉਣਾ, ਤੂੰ ਆਪਣੀ ਪਾਤਰਤਾ ਵਧਾ, ਆਪਣਾ ਭਾਂਡਾ ਵੱਡਾ ਕਰ, ਜਿੰਨਾ ਭਾਂਡਾ ਵਿਸ਼ਾਲ ਹੋਏਗਾ ਮੈਂ ਤਾਂ ਭਰਨਾ ਉਹਨਾਂ ਭਰ ਦੇਵਾਂਗਾ। ਸਾਡੀ ਪਾਤਰਤਾ ਥੋੜੀ ਹੁੰਦੀ ਹੈ ਤੇ ਉਹਦੇ ਚੋਂ ਵੀ ਕਈ ਵਾਰ ਉਛਾਲਾ ਉੱਠਦਾ ਹੈ। ਉਹ ਪਾਤਰਤਾ ਦੇ ਵਿੱਚ ਜਿੰਨਾ ਕੁ ਪਾਣੀ ਸਮਾਇਆ, ਜਿੰਨਾ ਕੁ ਗਿਆਨ ਸਮਾਇਆ, ਮਨੁੱਖ ਦੀ ਈਗੋ ਇਹ ਕਹਿੰਦੀ ਹੈ ਬਈ ਇਹਦੂ ਪਰੇ ਕੁਛ ਨਹੀਂ ਹੈ। ਨਹੀਂ, ਉਦੋਂ ਬਾਅਦ ਅਜੇ ਬਹੁਤ ਕੁਝ ਹੈ, ਬਹੁਤ ਕੁਝ ਹੈ। ਸਾਨੂੰ ਤਾਂ ਆਪਣੀ ਮੁਕੰਮਲ ਸਰੀਰ ਦੀ ਜਾਣਕਾਰੀ ਨਹੀਂ, ਬ੍ਰਹਮ ਤਾਂ ਬੜਾ ਵੱਡਾ ਹੈ। ਅਗਰ ਬ੍ਰਹਮ ਦਾ ਮੁਕੰਮਲ ਗਿਆਨ ਸਾਡੀ ਬੁੱਧੀ ਦੇ ਦਾਇਰੇ ਵਿੱਚ ਆ ਗਿਆ ਹੈ, ਸਾਡੀ ਅਕਲ ਦੇ ਵਿੱਚ ਆ ਗਿਆ ਹੈ, ਅਸੀਂ ਉਹਨੂੰ ਮੁਕੰਮਲ ਰੂਪ 'ਚ ਜਾਣ ਲਿਆ ਹੈ, ਫਿਰ ਬ੍ਰਹਮ ਦਾ ਗਿਆਨ ਛੋਟਾ ਤੇ ਬੁੱਧ ਵੱਡੀ। ਇਹਨੂੰ ਸਮਝਿਆ ਜੇ ਆਪਾਂ ਸਮਾਨ ਕੋਈ ਇੱਕ ਕੱਪੜੇ 'ਚ ਬੰਨ ਲਿਆ ਪਾਂਡਾ, ਤੇ ਫਿਰ ਕੱਪੜਾ ਵੱਡਾ ਹੈ ਤੇ ਤਾਂ ਹੀ ਸਾਰਾ ਉਹਦੇ ਵਿੱਚ ਬੰਨ ਲਿਆ ਨਾ, ਝੋਲਾ ਵੱਡਾ ਹੈ ਤੇ ਤਾਂ ਹੀ ਸਭ ਕੁਝ ਉਹਦੇ ਵਿੱਚ ਪਾ ਦਿੱਤਾ ਹੈ ਨਾ। ਅਗਰ ਬਚ ਗਿਆ ਤੇ ਕਹਾਂਗੇ ਭਾਂਡਾ ਛੋਟਾ ਰਹਿ ਗਿਆ, ਕੱਪੜਾ ਛੋਟਾ ਰਹਿ ਗਿਆ, ਝੋਲਾ ਛੋਟਾ ਰਹਿ ਗਿਆ। ਅਗਰ ਗਿਆਨ ਸਾਰਾ ਇੱਕ ਦੀ ਬੁੱਧੀ 'ਚ ਆ ਗਿਆ, ਪਰਮਾਤਮਾ ਦੀ ਜਾਣਕਾਰੀ ਇੱਕ ਦੀ ਮੁਕੰਮਲ ਬੁੱਧੀ 'ਚ ਆ ਗਈ, ਫਿਰ ਤਾਂ ਪਰਮਾਤਮਾ ਦਾ ਗਿਆਨ ਛੋਟਾ, ਉਹਦੀ ਬੁੱਧ ਦਾ ਦਾਇਰਾ ਵੱਡਾ। ਪਾਤਰਤਾ ਵਧਾ, ਉਹਨੂੰ ਪਾ ਕੇ ਕਹੇ ਪਰਮਾਤਮਾ ਮੇਰਾ ਭਾਂਡਾ ਛੋਟਾ ਹੈ, ਇਹਨੂੰ ਅੱਗੇ ਕਿਰਪਾ ਕਰ। ਉਹਦਾ ਗਿਆਨ ਜਿਹੜਾ ਹੈ, ਬੋਧ ਗਿਆਨ ਜਿਹੜਾ ਹੈ, ਆਗਾਧ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਮੁੰਦਰ ਦਾ, ਇਹਦਾ ਸਮੁੰਦਰ ਦਾ ਤਾਂ ਭਾਵੇਂ ਕੋਈ ਅੰਤ ਪਾ ਲੇ, ਪਰ ਬ੍ਰਹਮ ਦਾ ਨਹੀਂ, ਉਹਨੇ ਪਤਾ ਨਹੀਂ ਕਿੰਨੇ ਕੁ ਸਮੁੰਦਰਾਂ ਦਾ ਦਾਤਾ ਹੈ, ਉਹਦਾ ਅੰਤ ਨਹੀਂ। ਭਾਈ ਸਾਹਿਬ ਕਹਿੰਦੇ ਐਸੇ ਪਰਮਾਤਮਾ ਨੂੰ ਨੇਤ 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 ਹੈ, ਉਹਨੂੰ ਨਮਸਕਾਰ ਨਮਸਕਾਰ ਮਨ ਬਾਣੀ ਸਰੀਰ ਕਰਕੇ ਨਮਸਕਾਰ ਹੈ, ਨਮਸਕਾਰ ਉਸ ਦਾਤੇ ਨੂੰ ਕੀਤੀ ਜਾ ਸਕਦੀ, ਹੋਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹ ਪਰਿਪੂਰਨ ਪਰਮਾਤਮਾ ਦੀ ਬਾਬਤ ਭਾਈ ਗੁਰਦਾਸ ਸਾਹਿਬ ਨੇ ਸਾਨੂੰ ਸਮਝਾਇਆ। ਤੁਸ਼ ਬੁੱਧੀ ਨਾਲ ਸੰਖੇਪ ਰੂਪ 'ਚ ਆਪ ਦੇ ਸਮਕਸ਼ ਵਿਚਾਰ ਰੱਖਣ ਦਾ ਯਤਨ ਕੀਤਾ। ਗੁਰੂ ਸਾਹਿਬ ਕਿਰਪਾ ਕਰਨ, ਸਾਡੀ ਬੁੱਧੀ ਵਿਸ਼ਾਲ ਬਣੇ ਔਰ ਸਤਿਗੁਰੂ ਵੱਲ ਨੂੰ ਜੋ ਤੁਰੀਏ, ਗਿਆਨ ਹਾਸਲ ਕਰੀਏ ਤੇ ਚਾਨਣਾ ਲੈ ਕੇ ਮਹਾਂ ਚਾਨਣੇ ਵਿੱਚ ਮਿਲਣ ਦੀ ਇੱਛਾ ਪ੍ਰਗਟ ਕਰੀਏ। ਸਾਡਾ ਆਇਆ ਸਫਲਾ। ਬੇਅੰਤ ਭੁੱਲਾਂ ਦੀ ਖਿਮਾ, ਗਰੀਬ ਨਵਾਜ ਦੇ ਗੁਰਮਤ ਦੇ ਬਚਨ ਜਾਨ ਹਿਰਦਿਆਂ 'ਚ ਵਸਾਵਣੇ। ਦਾਸ ਤੋਂ ਵਿਚਾਰਾਂ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ और आप सतगुरु की संगत बख्शण जोगों अगे तो श्रेष्ठ मत बुद्ध बख्श करिया जे, जो पढ़ पढ़ा के सतगुरु दी विचार, गुरमत दी विचार, गुरु हजूरी च गुरु की संगत दे सन्मुख रख सकीए। इन्नियां बेनतियां प्रवान अरदास अंदर शामिल होइए। वाहिगुरु जी का खालसा, वाहिगुरु जी की फतेह। तू